ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 13ਵਾਂ। ਸੁਖ ਦੁਖ ਜੇ ਪਰਸੇ ਨਹੀਂ, ਲੋਭ ਮੋਹ ਅਭਿਮਾਨ। ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸੁਖ ਦੁਖ ਜੇ ਪਰਸੇ ਨਹੀਂ, ਲੋਭ ਮੋਹ ਅਭਿਮਾਨ। ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸਤਿਗੁਰ ਨੌਵੇਂ ਪਾਤਸ਼ਾਹ ਸਿੱਖ ਸੰਗਤ ਨੂੰ ਸਮਝਾ ਰਹੇ ਨੇ। ਉਹ ਗੁਰਸਿੱਖ ਦੀ ਕਰਨੀ ਬਾਰੇ, ਉਹ ਗੁਰਸਿੱਖ ਦੀ ਅਵਸਥਾ ਬਾਰੇ ਸਮਝਾ ਰਹੇ ਨੇ ਸਤਿਗੁਰ। ਜਿਹੜੇ ਗੁਰਸਿੱਖ ਮਾਇਆ ਤੋਂ ਉੱਪਰ ਉੱਠ ਜਾਂਦੇ ਨੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਉਹਨਾਂ ਦੀ ਕੈਸੀ ਅਵਸਥਾ ਹੁੰਦੀ ਹੈ। ਇਹ ਅਵਸਥਾ ਆਪਾਂ ਪ੍ਰਾਪਤ ਕਰਨੀ ਹੈ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ। ਇਹ ਤਾਂ ਹੀ ਪ੍ਰਾਪਤ ਹੋਊਗੀ ਜੇ ਆਪਾਂ ਗੁਰੂ ਭਗਤਾਂ ਦੇ ਹੁਕਮ ਅਨੁਸਾਰ ਚੱਲਾਂਗੇ, ਬਾਣੀ ਅਨੁਸਾਰ ਚੱਲਾਂਗੇ, ਉਹਦੇ ਅਨੁਸਾਰ ਆਪਣਾ ਜੀਵਨ ਢਾਲਾਂਗੇ। ਆਪਾਂ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗੇ ਆਵੇ ਕੰਮ। ਇਹ ਅਮਲ ਕਰਨਾ ਅਸੀਂ, ਅਮਲ ਤੋਂ ਭਾਵ ਗਿਆਨ ਲੈਣਾ ਹੈ, ਗੁਰ ਸ਼ਬਦ ਦਾ ਹੈ, ਗੁਰ ਸ਼ਬਦ ਦੀ ਸੰਗਤ ਕਰਨੀ ਹੈ। ਇਹ ਜੋ ਗਿਆਨ ਪੈਦਾ ਹੋਣਾ ਹੈ, ਫੇਰ ਹੀ ਮਨ ਨੇ ਮੰਨਣਾ ਵਾ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਮੰਨਣਾ ਨਹੀਂ ਹੈਗਾ। ਉਹੀ ਸਤਿਗੁਰ ਸਮਝਾਉਂਦੇ ਨੇ। ਫਿਰ ਗੁਰਸਿੱਖ ਪੌੜੀਆਂ ਚੜ੍ਹਦੇ ਚੜ੍ਹਦੇ ਮਾਇਆ ਪਾਰ ਕਰ ਜਾਂਦੇ ਨੇ, ਸਹਿਜ ਦੁਨੀਆ ਚਲੇ ਜਾਂਦੇ, ਜਿਹਨੂੰ ਬਾਣੀ ਵਿੱਚ ਦੇਵਲੋਕ ਵੀ ਕਿਹਾ ਹੈ। ਪਰ ਗਿਆਨ ਤੋਂ ਬਿਨਾਂ ਅਸੀਂ ਕੀ ਹਾਂ? ਅੰਧੇ। ਸੁਣੰਦਾ ਕੈਸੇ ਮਾਰਗ ਪਾਵੇ, ਸਤਿਗੁਰ ਸਮਝਾਉਂਦੇ ਆ ਸੁਖਮਨੀ ਸਾਹਿਬ 'ਚ। ਇਹ ਅੰਨਿਆ ਮਨਾ, ਸੁਣ ਤਾਂ ਲੈ ਬਾਣੀ ਨਹੀਂ। ਅਸੀਂ ਬਾਣੀ ਨਹੀਂ ਸੁਣਦੇ, ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਦੇ, ਉਹਦੇ ਅਨੁਸਾਰ ਨਹੀਂ ਚੱਲਦੇ। ਅਸੀਂ ਤਾਂ ਗੁਰੂ ਨੂੰ ਹੀ ਉਪਦੇਸ਼ ਕਰਦੇ ਹਾਂ। ਆਪਾਂ ਪਿੱਛੇ ਵੀ ਭਗਤ ਕਬੀਰ ਜੀ ਦੇ ਸ਼ਲੋਕ ਕੀਤੇ ਸੀ। ਕਬੀਰ ਬਾਂਸ ਵਡਾਈ ਬੂਡਿਆ, ਇਉਂ ਮਤ ਬੂਡੋ ਕੋਏ, ਚੰਦਨ ਕੇ ਨਿਕਟੇ ਬਾਂਸ ਪਸੇ, ਬਾਂਸ ਸੁਗੰਧ ਨਾ ਹੋਏ। ਮਨ ਹੰਕਾਰੀ ਹੈ, ਮਨ ਵੱਡਾ ਬਣਨਾ ਚਾਹੁੰਦਾ ਹੈ। ਸਾਰੇ ਸੰਸਾਰ ਦੀ ਰੇਸ ਲੱਗੀ ਹੈ ਵੱਡਾ ਬਣਨ ਦੀ, ਪਰ ਇਹਨਾਂ ਨੂੰ ਇਹ ਗਿਆਨ ਨਹੀਂ ਹੈਗਾ। ਸੱਚ ਦੇ ਗਿਆਨ ਤੋਂ ਬਿਨਾਂ ਪਤਾ ਵੀ ਨਹੀਂ ਚੱਲਦਾ ਹੈਗਾ ਕਿ ਸਾਨੂੰ ਸਾਡਾ ਸਮਾਂ ਨਿਕਲ ਜਾਣਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਣ। ਕਾਲ ਹੰਕਾਰ ਦੀ ਮਾਰ ਕਿੱਥੇ ਪੈਣੀ ਹੈ? ਇਹਨੂੰ ਸਮਾਂ ਆ ਜਾਣਾ। ਹੰਕਾਰ ਦੀ ਮਾਰ, ਜਮਾਂ ਦੀ ਮਾਰ। ਕਹੋ ਕਬੀਰ ਤਬ ਹੀ ਨਰ ਜਾਗੇ, ਜਬ ਜਮ ਕਾ ਡੰਡ ਮੂਡ ਮੇ ਲਾਗੇ। ਕਿੱਥੇ ਮਾਰ ਪਈ? ਫਿਰ ਹੰਕਾਰ ਦੀ ਮਾਰ ਪਈ। ਸਾਡਾ ਸਾਰਾ ਜੀਵਨ ਐਂ ਨਿਕਲ ਗਿਆ। ਕੀ ਕਰਨਾ ਇਸ ਸੰਸਾਰ ਦੇ ਵਿੱਚ? ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਭਾਈ ਜੇ ਹੁਣ ਨਾਮ ਦੀ ਪ੍ਰਾਪਤੀ ਨਾ ਹੋਈ, ਫਿਰ ਅੱਗੇ ਕੀ ਖਾਵਾਂਗੇ? ਫਿਰ ਜੰਮਣ ਮਰਨ ਨੂੰ ਉੱਭੋ ਸਰਕਾਲ, ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਮਨੁੱਖਾ ਦੇਹੀ ਸਾਨੂੰ ਉਹਦੀ ਕਿਰਪਾ ਨਾਲ ਮਿਲੀ ਹੈ, ਅਸੀਂ ਇਹ ਭਗਤੀ ਕਰਨੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਇਹ ਭਗਤੀ ਕਰਨੀ ਹੈ, ਉਹਦੀ ਕਿਰਪਾ ਨਾਲ ਇਹ ਦੇਹੀ ਮਿਲੀ ਹੈ ਸਾਨੂੰ। ਭਗਤੀ ਕਰਦਾ ਨਹੀਂ, ਹੁਣ ਵਿਗੜ ਗਿਆ, ਹੰਕਾਰੀ ਬਣ ਗਿਆ। ਇਹਦੇ ਅੰਦਰ ਵੱਡਾ ਬਣਦਾ ਕੰਡਾ ਜਿਹੜਾ ਲੱਗਿਆ, ਆਪਾਂ ਰਹਿ ਰਾ ਸਤਿਗੁਰਾਂ ਦੇ ਵਚਨ ਲਾਉਂਦੇ। ਤਿਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੈ। ਜਮਕਾਰ ਸਹੇ ਸਿਰ ਡੰਡਾ ਹੈ। ਜੰਮ ਦੀ ਮਾਰ ਤਾਂ ਸਹੀ ਜਾਂਦਾ ਹੈ, ਪਰ ਆਪਦਾ ਹੰਕਾਰ ਨਹੀਂ ਛੱਡਦਾ ਹੈਗਾ। ਐਂ ਇਹਦਾ ਜੀਵਨ ਨਿਕਲ ਜਾਂਦਾ ਹੈ। ਫਿਰ ਸਮਝਾਉਂਦੇ ਨੇ, ਕਿਸ ਕਾਰਨ ਤੁਮ ਜਾਗਾ ਆਏ। ਭਾਈ ਕੀ ਕਰਨ ਆਏ ਸੀ? ਫਿਰ ਨਾਮ ਦੀ ਪ੍ਰਾਪਤੀ ਖਾਤਰ ਤਾਂ ਇਹ ਦੇਹੀ ਮਿਲੀ ਸੀ। 84 ਲੱਖ ਦਾ ਗੇੜਾ ਜਿਹੜਾ ਕੱਟ ਕੇ ਆਈ ਹੈ ਜੀਵ ਆਤਮਾ, ਹੁਣ ਤਾਂ ਉਹਦੀ ਸਮਾਪਤੀ ਹੋਣੀ ਸੀ, ਦੁੱਖਾਂ ਤੋਂ ਛੁਟਕਾਰਾ ਹੋਣਾ ਸੀਗਾ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ ਜਪਜੀ ਸਾਹਿਬ ਦੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਪਰ ਜਿਹੜੇ ਸਤਿਗੁਰਾਂ ਅਨੁਸਾਰ ਚੱਲਦੇ ਨੇ, ਗੁਰਸਿੱਖ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਸਤਿਗੁਰ ਸਮਝਾਉਂਦੇ ਉਹਨਾਂ ਦੀ ਕਿਹੋ ਜਿਹੀ ਅਵਸਥਾ ਹੁੰਦੀ ਆ। ਦੁੱਖ ਔਰ ਸੁੱਖ ਉਹਨਾਂ ਨੂੰ ਇੱਕੋ ਜਿਹਾ ਹੀ ਲੱਗਦਾ ਵਾ। ਕਿਉਂ? ਐਸੀ ਉਹਨਾਂ ਕੋਲ ਕੀ ਚੀਜ਼ ਹੁੰਦੀ ਹੈ? ਉਹਨਾਂ ਨੂੰ ਗਿਆਨ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚ ਦੇ ਗਿਆਨ ਨੂੰ ਸਾਰੀ ਖੇਲ ਸਮਝ ਆ ਜਾਂਦੀ ਹੈ। ਉਹ ਗੁਰ ਕੇ ਸਿੱਖ ਹੁੰਦੇ ਨੇ। ਆਏ ਮਿਲ ਗੁਰਸਿੱਖ, ਗੁਰਸਿੱਖ ਤੂੰ ਮੇਰੇ ਗੁਰੂ ਕੇ ਪਿਆਰੇ। ਉਹ ਗੁਰੂ ਕੇ ਪਿਆਰੇ ਹੁੰਦੇ ਨੇ, ਉਹ ਗੁਰੂ ਦਾ ਹੀ ਜਸ ਕਰਦੇ ਨੇ, ਆਪਦਾ ਜਸ ਨਹੀਂ ਕਰਾਉਂਦੇ ਹੈਗੇ। ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਆ। ਸੁੱਖ ਦੁੱਖ ਜੇ ਪਰਸੇ ਨਹੀਂ, ਲੋਭ ਮੋਹ ਅਭਿਮਾਨ। ਲੋਭ ਮੋਹ ਨੂੰ ਉਹਨਾਂ ਨੇ ਮਾਤ ਦੇਤੀ ਹੁੰਦੀ ਹੈ, ਮਾਇਆ ਤੋਂ ਉੱਪਰ ਉੱਠ ਗਏ ਹੁੰਦੇ ਆ। ਕਾਲ ਉਹਨਾਂ ਨੇ ਜਿੱਤ ਲਿਆ ਹੁੰਦਾ ਹੈ। ਜਦੋਂ ਸਿੱਧ ਗੋਸ਼ਟ ਹੋਈ, ਸਤਿਗੁਰਾਂ ਨੂੰ ਪੁੱਛਦੇ ਨੇ,
ਜੋਗੀ ਸਤਿਗੁਰਾ ਕੋਈ ਐਸਾ ਯੋਧਾ ਹੈ ਜਿਹੜਾ ਕਾਲ ਨੂੰ ਵੀ ਖਾ ਜਾਂਦਾ ਹੈ, ਕਾਲ ਨੂੰ ਵੀ ਮਾਰ ਦਿੰਦਾ ਹੈ, ਮੌਤ ਨੂੰ ਮਾਤ ਦੇ ਦਿੰਦਾ ਹੈ। ਸਤਿਗੁਰੂ ਸਮਝਾਉਂਦੇ ਨੇ, ਪਰ ਉਹਨਾਂ ਨੂੰ ਗਿਆਨ ਹੈ ਨਹੀਂ, ਤੁਹਾਡੇ ਸਾਹਮਣੇ ਹੀ ਬੈਠਾ ਹੈ। ਸਤਿਗੁਰੂ ਨੂੰ ਪੁੱਛਦੇ ਨੇ, ਕੌਣ ਯੋਧ ਜੋ ਕਾਲ ਸੰਘਾਰੇ। ਸਤਿਗੁਰਾ ਕੋਈ ਐਸਾ ਯੋਧਾ ਵੀ ਹੈ ਜਿਹੜਾ ਕਾਲ ਨੂੰ ਸੰਘਾਰ ਦਿੰਦਾ ਹੈ, ਪਰ ਗਿਆਨ ਤੋਂ ਬਿਨਾਂ ਸਾਨੂੰ ਪਤਾ ਹੀ ਨਹੀਂ ਲੱਗਦਾ। ਸਤਿਗੁਰੂ ਦੇ ਸਾਹਮਣੇ ਤਾਂ ਬੈਠੇ, ਉਹਨਾਂ ਨੂੰ ਦੀਂਦਾ ਨਹੀਂ, ਕਿਉਂਕਿ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਨਾ, ਤਾਂ ਕਰਕੇ ਨਹੀਂ ਪਤਾ ਲੱਗਦਾ। ਜਿਹੜਾ ਕੁਦਰਤ ਦਾ ਦਰਸ਼ਨ ਹੋਣਾ, ਸਾਨੂੰ ਸੰਤ ਦਾ ਦਰਸ਼ਨ ਹੋਣਾ, ਅੰਤਰਾਤਮਾ ਦਾ ਦਰਸ਼ਨ ਹੋਣਾ, ਉਹ ਅੱਖਾਂ ਕੰਨਾਂ ਦਾ ਤਾਂ ਵਿਸ਼ਾ ਹੀ ਨਹੀਂ ਹੈਗਾ। ਉਹ ਤਾਂ ਬੁੱਧੀ ਨੂੰ ਦਰਸ਼ਨ ਹੋਣਾ ਹੈ। ਜਦੋਂ ਆਤਮ ਗਿਆਨ ਸਾਡਾ ਸ਼ੁਰੂ ਹੁੰਦਾ, ਆਤਮਿਕ ਸਫ਼ਰ ਸ਼ੁਰੂ ਹੁੰਦਾ ਵਾ, ਗੁਰ ਸ਼ਬਦ ਦਾ ਗਿਆਨ ਲੈ ਕੇ ਆਤਮਾ ਪੌੜੀਆਂ ਚੜ੍ਹਦੀ 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 ਆਪਦੇ ਘਰ ਪਹੁੰਚ ਜਾਂਦੀ ਹੈ, ਜਿਹਨੂੰ ਬਸ ਗੁਰਬਾਣੀ ਵਿੱਚ ਸਹਿਜ ਦੁਨੀਆ ਕਿਹਾ ਗਿਆ, ਦੇਵਲੋਕ ਕਿਹਾ ਗਿਆ। ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ, ਸ਼ਾਂਤ ਹੋ ਕੇ ਬਹਿ ਜਾਂਦੀ ਹੈ। ਥਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ। ਉਸ ਅਵਸਥਾ ਜਾ ਕੇ ਮਨ ਟਿਕ ਜਾਂਦਾ ਹੈ। ਬੁੱਧੀ ਮਨ ਨੂੰ ਸਮਝਾ ਦਿੰਦੀ ਆ, ਬੁੱਧੀ ਮਨ 'ਤੇ ਵਿਜੇ ਪ੍ਰਾਪਤ ਕਰ ਲੈਂਦੀ ਹੈ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ ਜਪਜੀ ਸਾਹਿਬ ਦੇ, ਮਨ ਜੀਤੇ ਜਗ ਜੀਤ। ਮਨ ਨੂੰ ਜਿੱਤਣਾ ਹੀ ਜਗ ਜਿੱਤਣਾ। ਲੜ ਕੇ ਅੱਜ ਤੱਕ ਕੋਈ ਨਹੀਂ ਜਿੱਤਿਆ ਹੈਗਾ, ਆਪਦੇ ਮਨ ਨੂੰ ਜਿੱਤਣਾ ਸੀ। ਬਾਣੀ ਸਾਰੀ ਮਨ ਨੂੰ ਵਸ ਕਰਨ ਦੀ ਵਿਧੀ ਹੈ, ਗੁਰ ਉਪਦੇਸ਼ ਹੈ। ਗੁਰ ਉਪਦੇਸ਼ ਗਿਆਨ ਨਾਲ ਮਨ ਨੇ ਬਸ ਚਾਉਣਾ, ਨਹੀਂ ਮਨ ਟਿਕਦਾ ਹੀ ਨਹੀਂ ਹੈਗਾ, ਔਰ ਕਾਲ ਛੱਡਦਾ ਨਹੀਂ ਹੈਗਾ। ਪਰ ਜਿਹੜੇ ਇਹ ਪੌੜੀ ਚੜ੍ਹ ਜਾਂਦੇ ਨੇ, ਗੁਰਸਿੱਖ ਪਾਰ ਕਰ ਜਾਂਦੇ ਨੇ, ਉਹੀ ਤਾਂ ਗੁਰੂ ਕੇ ਪਿਆਰੇ ਨੇ, ਉਹੀ ਤਾਂ ਗੁਰੂ ਕੇ ਸਿੱਖ ਨੇ। ਉਹਨਾਂ ਦੀ ਅਵਸਥਾ ਸਤਿਗੁਰੂ ਸਮਝਾਉਂਦੇ ਨੇ। ਸੁਖ ਦੁੱਖ ਜੇ ਪਰਸੇ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਉਹ ਮੂਰਤ, ਉਹਨਾਂ ਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ, ਉਹ ਸੰਸਾਰ ਦੇ ਵਿੱਚ ਜਸ ਕਰਦੇ ਨੇ। ਉਸੀ ਅਵਸਥਾ ਵਿੱਚ ਜਾ ਕੇ ਇਹ ਬਾਣੀ ਉਚਾਰੀ ਜਾਂਦੀ ਹੈ, ਉਸੀ ਅਵਸਥਾ 'ਚ ਜਾ ਕੇ ਸਾਨੂੰ ਬਾਣੀ ਸਮਝ ਆਉਣੀ। ਅਸੀਂ ਆਪਦੀ ਮੱਤਾਂ ਪੜ੍ਹੀ ਜਾਂਦੇ ਹਾਂ, ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ ਹੈਗਾ ਇਹ ਕਿ ਅਸੀਂ ਇਹਨੂੰ ਬਾਣੀ ਨੂੰ ਸਮਝ ਲਾਂਗੇ। ਪੜ੍ਹਦੇ ਹਾਂ, ਸਾਰਾ ਹੀ ਸੰਸਾਰ ਪੜ੍ਹਦਾ ਵਾ, ਪਰ ਅਸੀਂ ਆਪਦੇ ਹਿਸਾਬ ਨਾਲ ਇਹਨੂੰ ਪੜ੍ਹੀ ਜਾਂਦੇ ਹਾਂ, ਆਪਦੇ ਹਿਸਾਬ ਨਾਲ ਅਰਦਾਸ ਕਰ ਦਿੰਦੇ ਹਾਂ। ਮੰਗਦੇ ਕੀ ਹੈ ਬਾਅਦ 'ਚ? ਮਾਇਆ। ਮਾਇਆ ਇਹਦੀ ਕੀਮਤ ਨਹੀਂ। ਰੋਜ਼ ਪੜ੍ਹਦੇ ਹਾਂ ਸੁਖਮਨੀ ਸਾਹਿਬ, ਨਾਨਕ ਨਾਮ ਅਮੋਲ, ਸਾਥ ਨ ਚਾਲੇ ਬਿਨ ਭਜਨ ਵੇਖਿਆ ਸਗਲੀ ਸਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਇਹਦੀ ਨਾਮ ਦੀ ਕਮਾਈ ਕਰਨੀ ਹੈ। ਜਿਹੜੀ ਸੰਸਾਰ ਦੀ ਵੇਖਿਆ ਮਾਇਆ ਸਾਨੂੰ ਦਿੱਤੀ ਹੈ, ਉਹ ਸਰੀਰ ਕਰਕੇ ਹੈ। ਅਨੇਕਾਂ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਮਝਾਇਆ, ਨਾਨਕ ਨਾਮ ਅਮੋਲ। ਇਹ ਅਮੋਲ ਹੈ। ਨਾਨਕ ਕੇ ਘਰ ਕੇਵਲ ਨਾਮ। ਸਤਿਗੁਰਾਂ ਦੇ ਚਰਨਾਂ 'ਚ ਪਹੁੰਚਣਾ ਤਾਂ ਕੇਵਲ ਨਾਮ ਦੀ ਪ੍ਰਾਪਤੀ ਖਾਤਰ ਹੀ ਉੱਥੇ ਜਾਣਾ ਵਾ, ਨਾਮ ਹੀ ਮੰਗਣਾ ਵਾ। ਫਿਰ ਵੀ ਨਹੀਂ ਅਸੀਂ ਸਮਝਦੇ। ਕਿਉਂ ਨਹੀਂ ਸਮਝਦੇ? ਸਾਨੂੰ ਸੱਚ ਦਾ ਗਿਆਨ ਨਹੀਂ ਨਾ ਹੋਇਆ। ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੇ ਨਹੀਂ। ਜਿਹੜੇ ਗੁਰਸਿੱਖ ਚੱਲਦੇ ਸੀਗੇ ਉਹ ਪਹੁੰਚ ਗਏ ਆਪਦੇ ਘਰੇ। ਉਹਨਾਂ ਦੀ ਵਸਤੇ ਸਤਿਗੁਰ ਸਮਝਾ ਰਹੇ ਨੇ। ਉਹਦਾ ਹੀ ਰੂਪ ਹੋ ਜਾਂਦੇ, ਸਰੀਰ ਕਰਕੇ ਨਹੀਂ, ਆਤਮਾ ਕਰਕੇ। ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਰਾਮਕਲੀ ਮਹੱਲਾ ਪੰਜਵਾਂ। ਕੋਟ ਵਿਗਨ ਨਹੀਂ ਆਵੇ ਨੇਰ, ਅਨਕ ਮਾਇਆ ਹੈ ਤਾਂ ਕੀ ਚੇਰ। ਸਤਿਗੁਰੂ ਸਮਝਾਉਂਦੇ ਨੇ ਰਾਮਕਲੀ ਮਹੱਲਾ ਪੰਜਵਾਂ 'ਚ, ਕਰੋੜਾਂ ਵਿਘਨ ਨਹੀਂ ਲੱਗਦੇ ਉਹਨਾਂ ਨੂੰ। ਕੁਛ ਵੀ ਸੰਸਾਰ 'ਚ ਹੋ ਜਾਵੇ, ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਨੇੜੇ ਵੀ ਨਹੀਂ ਆਉਂਦੇ ਵਿਘਨ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰਾਂ ਦੇ ਵਚਨ ਨੇ। ਅਨਕ ਮਾਇਆ ਹੈ ਤਾਂ ਕੀ ਚੇਰ। ਉਹਦੇ ਚਰਨਾਂ 'ਚ ਪਹੁੰਚਦੇ ਨੇ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਅਨਕ ਮਾਇਆ ਜਿੰਨੀ ਤੁਸੀਂ ਦੇਖ ਰਹੇ ਹੋ, ਜੋ ਦਿਸੇ ਸੋ ਮਾਇਆ। ਜੋ ਸਾਨੂੰ ਦਿਖ ਰਿਹਾ ਅੱਖਾਂ ਨਾਲ, ਕੰਨਾਂ ਨਾਲ ਸੁਣਦੇ ਹਾਂ, ਇਹ ਤਾਂ ਗਿਆਨ ਇੰਦਰੀ ਸਾਨੂੰ ਮਾਇਆ ਦੇ ਵਿੱਚ ਫਸਾਉਂਦੇ ਨੇ। ਜੇ ਅਸੀਂ ਗੁਰਸ਼ਬਦ ਦਾ ਗਿਆਨ ਸੁਣਾਂਗੇ ਫਿਰ ਨਿਕਲ ਜਾਵਾਂਗੇ। ਅਨਕ ਮਾਇਆ ਹੈ ਤਾਂ ਕੀ ਚੇਰ। ਕਿੱਥੋਂ ਪਤਾ ਲੱਗਦਾ ਸਾਨੂੰ? ਸੱਚ ਦੇ ਗਿਆਨ ਤੋਂ ਪਤਾ ਲੱਗਦਾ ਵੀ ਸਾਰੀ ਜਿਹੜੀ ਮਾਇਆ ਸ੍ਰਿਸ਼ਟੀ ਹੈ ਉਹ ਤਾਂ ਕੁਦਰਤ ਨੇ ਬਣਾਈ ਹੈ। ਅਸੀਂ ਤਾਂ ਕੁਛ ਨਹੀਂ ਬਣਾਇਆ। ਜੀਵ ਤਾਂ ਪ੍ਰਾਹੁਣਾ ਹੈ, ਇਹ ਤਾਂ ਆਇਆ ਵਾ, ਇਹਦੀ ਖਾਤਰ ਤਾਂ ਸਭ ਕੁਛ ਤਿਆਰ ਕੀਤਾ ਗਿਆ ਪਹਿਲਾਂ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ। ਸਤਿਗੁਰ ਤਾਂ ਸਮਝਾਉਂਦੇ ਨੇ, ਇਹ ਜੀ ਜੰਤ ਸਾਰੇ ਉਹਨੇ ਪੈਦਾ ਕੀਤੇ ਨੇ। ਜੀਵ ਆਤਮਾ ਜੰਤ ਸਰੀਰ ਜੋ ਦਿਖ ਰਹੀਆਂ ਤੁਸੀਂ, ਜੋ ਤੁਹਾਨੂੰ ਦਿਖ ਰਿਹਾ ਵਾ, ਜਿੰਨੀ ਕਿਸੇ ਨੂੰ ਸਮਝ ਹੈ, ਸਾਰੀ ਕੁਛ ਉਹਨੇ ਪੈਦਾ ਕੀਤੀ ਹੈ।
ਆਤਮਾ ਤਾਂ ਪ੍ਰਾਤਮਾ ਦੇ ਚਰਨ ਪਰਸਣ ਆਈ ਹੈ, ਪਰ ਅਸੀਂ ਤਾਂ ਸਿੱਧਾ ਹੀ ਪਰਮਾਤਮਾ ਰੱਬ ਦੀ ਗੱਲ ਕਰਨ ਲੱਗ ਜਾਂਦੇ ਹਾਂ। ਪਹਿਲਾਂ ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ, ਆਤਮਾ ਦਾ। ਉਹਨੂੰ ਬ੍ਰਹਮ ਲੀਨ ਵੀ ਕਿਹਾ ਹੈ, ਬ੍ਰਹਮ ਗਿਆਨ ਵੀ ਕਿਹਾ ਹੋਇਆ। ਬ੍ਰਹਮ ਗਿਆਨ ਤੋਂ ਬਾਅਦ ਹੀ ਬ੍ਰਹਮ 'ਚ ਲੀਨ ਹੋਵਾਂਗੇ। ਗੱਲਾਂ ਨਾਲ ਥੋੜ੍ਹੀ ਉੱਥੇ ਪਹੁੰਚਿਆ ਜਾਂਦਾ ਵਾ। ਪਰ ਜਿਹੜੇ ਗੁਰਸਿੱਖ ਕਮਾਈ ਕਰਕੇ ਉਹ ਪੌੜੀ ਚੜ੍ਹੇ ਹੋਏ ਨੇ, ਉਹਦੇ ਚਰਨਾਂ 'ਚ ਬੈਠੇ, ਉਹਨਾਂ ਦੀ ਗੱਲ ਸਮਝਾ ਰਹੇ ਸਤਿਗੁਰ। ਅਨ ਕਮਾਇਆ ਹੈ ਤਾਂ ਕੀ ਚਿਰ, ਉਹੀ ਤਾਂ ਕਹਿੰਦੇ ਨੇ ਭਾਈ ਸਾਰਾ ਕੁਛ ਉਹਨੇ ਬਣਾਇਆ ਵਾ। ਉਹੀ ਆਪਣੇ ਕੋਲ ਅੱਜ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ। ਜਿੰਨੀਆਂ ਵੀ ਪਰਮਾਤਮਾ ਦੇ ਵਿੱਚ ਨੇ, ਸਾਰੇ ਸੰਸਾਰ ਦਾ ਭਲਾ ਚਾਹੁੰਦੀਆਂ ਨੇ, ਸਾਰਿਆਂ ਨੂੰ ਦੇਖ ਕੇ ਨੇ। 4 ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਾਤੇ, ਕੋਈ ਵੀ ਇਹਨੂੰ ਸਮਝ ਸਕਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ, ਆਨਕ ਪਾਪ ਤਾਂ ਕੇ ਪਾਣੀ ਹਾਰ, ਜਾਂ ਕੋ ਮਇਆ ਪਈ ਕਰਤਾਰ। ਅਨੇਕਾਂ ਪਾਪ ਆਪਾਂ ਦੇਖਦੇ ਹਾਂ, ਮਨ ਵਿਰੋਧ ਕਰਦਾ ਹੈ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਬਚਨ ਲੈਣੇ। ਵਦੀ ਵਜਗ ਨਾਨਕਾ ਸੱਚਾ ਵੇਖੇ ਸੋਏ, ਸਭਨੀ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਉਹੀ ਸਤਿਗੁਰ ਸਮਝਾ ਰਹੇ ਨੇ ਭਾਈ। ਅਨਕ ਪਾਪ ਤਾਂ ਕੇ ਪਾਣੀ ਹਾਰ, ਜਾ ਕੋ ਮਇਆ ਪਈ ਕਰਤਾਰ। ਜਿੱਥੇ ਕਿਰਪਾ ਹੋ ਜਾਂਦੀ ਹੈ, ਸਾਰੇ ਜਿੰਨੇ ਪਾਪ ਹੁਕਮ ਵਿਰੋਧ ਕਰਦਾ ਹੈ, ਸਾਰੀ ਉਹਨੂੰ ਖੇਲ ਸਮਝ ਆ ਜਾਂਦੀ ਹੈ। ਜਦੋਂ ਉਹਦੀ ਮਾਇਆ ਹੋ ਜਾਂਦੀ ਹੈ ਕੁਦਰਤ ਦੀ, ਕਿਹਨਾਂ 'ਤੇ ਹੁੰਦੀ ਹੈ? ਜਿਹੜੇ ਲੋਭ ਮੋਹ ਤੋਂ ਉੱਪਰ ਉੱਠ ਜਾਂਦੇ ਨੇ, ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਆਸਾ ਦੀ ਵਾਰ 'ਚ, ਵਦੀ ਵਜਕ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਦੇਖ ਹੀ ਰਹੇ ਹਾਂ ਆਪਾਂ, ਸਾਰੇ ਸਾਲਾਂ ਮਾਰ ਮਾਰ ਚਲੇ ਜਾਂਦੇ ਆ। ਕੀ ਹੈ ਧਰਮ ਦੇ ਨਾਲ ਠੱਗੀਆਂ ਲਾਉਣ ਵਾਲਿਆਂ ਦਾ ਜੀਵਨ ਦੇਖ ਲਓ ਆਪ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਕੀ ਦੇਖ ਰਹੇ ਹਾਂ ਆਪਾਂ, ਪਰ ਅਸੀਂ ਛੁੱਟ ਨਹੀਂ ਸਕਦੇ ਸੱਚ ਦੇ ਗਿਆਨ ਤੋਂ ਬਿਨਾਂ। ਇਹਨਾਂ ਦੇ ਜਾਲ 'ਚੋਂ ਆਪਾਂ ਜੇ ਛੁੱਟਣਾ ਵਾ ਤਾਂ ਆਪਾਂ ਨੂੰ ਸੱਚ ਦਾ ਗਿਆਨ ਲੈਣਾ ਪਊ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ ਪਊ, ਤਾਂ ਹੀ ਸਾਡਾ ਖਹਿੜਾ ਛੁੱਟੂਗਾ। ਅੱਗੇ ਸਤਿਗੁਰ ਕੀ ਸਮਝਾਉਂਦੇ, ਜਿਸੇ ਸਹਾਈ ਹੋਏ ਭਗਵਾਨ, ਅਨਕ ਜਤਨ ਉਹਾਂ ਕੇ ਸਰਜਾਮ। ਸਤਿਗੁਰ ਸਮਝਾਉਂਦੇ ਨੇ, ਜਦੋਂ ਗੁਰਸਿੱਖਾਂ 'ਤੇ ਗੁਰਸ਼ਬਦ ਦੀ ਕਮਾਈ ਕਰਨ ਵਾਲਿਆਂ 'ਤੇ ਉਹਦੀ ਕਿਰਪਾ ਹੁੰਦੀ ਹੈ, ਉਹ ਸਾਰੀ ਵਿਧੀ ਉਹਨੂੰ ਖੇਲ ਸਮਝ ਆ ਜਾਂਦੀ ਹੈ। ਉਹੀ ਤਾਂ ਗੁਰੂ ਦਾ ਜਸ ਕਰਦੇ ਨੇ, ਉਹੀ ਗੁਰਸਿੱਖ ਸੰਗਤ ਨੂੰ ਜੋੜਦੇ ਨੇ। ਜਿਹੜੇ ਗੁਰਸਿੱਖ ਸੰਗਤ ਆਪਾਂ ਤਾਂ ਕਹਿੰਦੇ ਆ ਵੀ ਜਿਹੜੇ ਗੁਰਸ਼ਬਦ ਦਾ ਗਿਆਨ ਲੈਂਦੇ ਆ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਉਹੀ ਗੁਰਸਿੱਖ ਸੰਗਤ ਹੈ। ਉਹ ਸਿੱਖ ਉਹਨਾਂ ਨੂੰ ਸਮਝਾਉਂਦੇ ਨੇ, ਪਹਿਲਾਂ ਤਾਂ ਆਪ ਪੌੜੀ ਚੜ੍ਹਦੇ ਨੇ। ਉਹੀ ਵਸਤ ਸਤਿਗੁਰਾਂ ਨੇ ਕਿਹਾ, ਆਪ ਜਪੇ ਅਵਰੇ ਨਾਮ ਚੁਬਾਵ। ਕਿਉਂ? ਉਹ ਆਪਦੇ ਘਰ ਪਹੁੰਚ ਕੇ ਹੁੰਦੇ ਨੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿੰਨੇ ਉਹਨਾਂ ਦੇ ਨਾਲ ਹੋਰ ਨਿਕਲ ਜਾਂਦੇ ਨੇ। ਰਹਾਓ, ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਭਵਨ। ਕਰਤਾ ਰਾਖੇ ਕੀਤਾ ਕੌਣ, ਇਹ ਕਰਤੇ ਦੀ ਖੇਲ ਹੈ ਭਾਈ। ਕਰਤੇ ਪੁਰਖ ਦੀ ਬਾਣੀ ਵਡਿਆਈ ਕਰਦੀ ਹੈ। ਕੀਰੀ ਭਾਵ ਬੁੱਧੀ, ਕਬੀਰ ਮੁਕਤ ਦੁਆਰਾ ਸ਼ੰਕਰਾ ਰਾਈ ਦਸਵੇਂ ਪਾਏ, ਮਨ ਤੋਂ ਮਹਿੰਗਲ ਹੋਏ ਨਿਕਸੇ ਕਿਉਂ ਜਾਏ। ਉਹ ਹਾਥੀ ਰੂਪ ਮਨ ਫਿਰ ਕੀਰੀ ਬਣ ਜਾਂਦਾ ਹੈ। ਬੁੱਧੀ ਉਹ ਫਿਰ ਜਿੱਤ ਲੈਂਦੀ ਹੈ। ਮਨ ਜੀਤੇ ਜਗਜੀਤ, ਉਹ ਅਵਸਥਾ ਪ੍ਰਾਪਤ ਕਰ ਲੈਂਦੀ। ਫਿਰ ਉਹੀ ਤਾਂ ਮਹਿਮਾ ਕਰਦੇ ਨੇ ਸਤਿਗੁਰ ਦੀ। ਬੇਅਤ ਮਹਿਮਾ ਤਾਂ ਕੀ ਕੇਤਕ ਵਰਨ, ਬਲ ਬਲ ਜਾਈਏ ਤਾਂ ਕੇ ਚਰਨ। ਉਹੀ ਗੁਰਸਿੱਖ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਪੌੜੀ ਚੜ੍ਹ ਕੇ ਫਿਰ ਕੀ ਕਹਿੰਦੇ ਨੇ, ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ। ਕਿਵੇਂ ਵਰਨ ਕਰੀਏ ਭਾਈ, ਜੇਵਾ ਏਕ ਉਸਤਤ ਅਨੇਕ। ਸੁਖਮਨੀ ਸਤਿਗੁਰਾਂ ਦੇ ਵਚਨ ਨੇ, ਬੁੱਧੀ ਏਕਾ ਕਿਵੇਂ ਵਰਨ ਕੀਤਾ ਜਾਵੇ। ਬਲ ਬਲ ਜਾਈਏ ਤਾਂ ਕੇ ਚਰਨ, ਭਾਈ ਬਲਿਹਾਰੀ ਜਾਣਾ ਚਾਹੀਦਾ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਆਸਾ ਦੀ ਵਾਰ ਸਤਿਗੁਰ ਸਮਝਾਉਂਦੇ ਨੇ। ਇਹ ਐਸਾ ਗਿਆਨ ਹੈ, ਮਨੁੱਖ ਨੂੰ ਦੇਵਤਾ ਬਣਾ ਦਿੰਦਾ ਵਾ। ਉਹਦੇ ਪਾਪ ਕੱਟ ਕੇ ਉਹਨੂੰ ਗਾਲ ਤੋਂ ਮੁਕਤ ਕਰ ਦਿੰਦਾ ਹੈ। ਗੁਰਸ਼ਬਦ 'ਚ ਇੰਨੀ ਤਾਕਤ ਹੈ। ਪਰ ਜੇ ਅਸੀਂ ਸੁਣਾਂਗੇ ਤਾਂ ਹੀ ਸਾਨੂੰ ਪ੍ਰਾਪਤੀ ਹੋਊਗੀ। ਇਹੀ ਤਾਂ ਵਿਧੀ ਹੀ, ਹੋਰ ਤਾਂ ਕੋਈ ਵਿਧੀ ਹੀ ਨਹੀਂ ਹੈ ਬਾਣੀ ਨੂੰ ਸਮਝਣ ਦੀ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ। ਆਇਆ ਸੁਣ ਪੜ੍ਹਨ ਕੋ ਬਾਣੀ, ਨਾ ਵਿਸਾਰ ਲਗ ਲਾਲਚ, ਵਿਰਥਾ ਜਨਮ ਪ੍ਰਾਣੀ। ਪਹਿਲਾਂ ਸੁਣਨੀ ਸੀ ਕਿ ਪੜ੍ਹਨ ਲੱਗ ਗਿਆ, ਉਹ 'ਚੋਂ ਹੰਕਾਰ ਪੈਦਾ ਹੋ ਗਿਆ। ਸੁਣ ਕੇ ਵਿਚਾਰ ਕੇ ਪੜ੍ਹਨੀ ਹੈ, ਇਹੀ ਵਿਧੀ ਹੈ ਇਹਦੀ, ਫਿਰ ਪਾਰ ਨਿਕਲਾਂਗੇ। ਅੱਗੇ ਸਤਿਗੁਰ ਕੀ ਸਮਝਾਉਂਦੇ,
ਤਿਨ ਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿਨੀ ਦਾਨ। ਉਹ ਗੁਰਸਿੱਖਾਂ ਨੇ ਜਪ ਤੋਂ ਭਾਵ ਸਮਝਿਆ, ਗਿਆਨ ਪੈਦਾ ਹੋਇਆ, ਤਪ ਮਨ ਨੂੰ ਘੂਰ ਕੇ ਰੱਖਿਆ, ਤਿਆਗ ਕੀਤਾ, ਫਿਰ ਧਿਆਨ ਬਣ ਗਿਆ। ਧਿਆਨ ਜਦੋਂ ਸਾਡਾ ਕੇਂਦਰ ਹੋ ਜਾਂਦਾ, ਕਹਿਣ ਦੀ ਲੋੜ ਹੀ ਨਹੀਂ ਪੈਂਦੀ ਸਾਨੂੰ, ਆਪਦੇ ਆਪ ਹੀ ਆਤਮਾ ਜਿਹੜੀ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ। ਪਤਾ ਹੀ ਉਦੋਂ ਲੱਗਦਾ ਜਦੋਂ ਪ੍ਰਾਤਮਾ ਦਾ ਦਰਸ਼ਨ ਹੋ ਜਾਂਦਾ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ, ਐਸੀ ਕਰਾਮਾਤ ਹੈ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲੈ ਲੈਂਦੇ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਸਹਿਬ ਤੁਠੇ ਚੋ ਮਿਲੇ ਕਰਮਾਤ। ਇਹੀ ਤਾਂ ਕਰਾਮਾਤ ਹੈ, ਉਹਦੀ ਪਤਾ ਹੀ ਨਹੀਂ ਲੱਗਦਾ ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ। ਉਹੀ ਗੁਰਸਿੱਖ ਫਿਰ ਦਰਸ਼ਨ ਕਰਦੇ ਨੇ, ਉਹੀ ਫਿਰ ਗੁਰਸਿੱਖ ਸੰਗਤ ਨੂੰ ਸਮਝਾਉਂਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਭਗਤ ਸੋਈ ਕਲਮੇ ਪ੍ਰਵਾਨ, ਜਾ ਕੋ ਠਾਕਰ ਦੀਆ ਮਾਨ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਉਹੀ ਸੇਵਕ, ਆਪਦੀ ਮਰਜ਼ੀ ਨਾਲ ਕੋਈ ਸੇਵਕ ਨਹੀਂ ਬਣ ਸਕਦਾ ਭਾਈ, ਉਹਦੇ ਚਰਨਾਂ 'ਚ ਪਹੁੰਚਣਾ ਪੈਂਦਾ। ਭਗਤ ਸੋਈ ਕਲਮੇ ਪ੍ਰਵਾਨ। ਇਹ ਕਲਯੁਗ ਦੇ ਵਿੱਚ ਇਹ ਕਲਪਨ ਯੁੱਗ 'ਚੋਂ ਜਿਹੜਾ ਪਾਰ ਨਿਕਲਦਾ, ਉਹਦੀ ਭਗਤੀ ਪੂਰੀ ਹੁੰਦੀ ਹੈ। ਜਾ ਕੋ ਠਾਕਰ ਦੀਆ ਮਨ, ਇਹੀ ਨਿਸ਼ਾਨੀ ਹੈ ਉਹਦੀ। ਉਹ ਹੱਥ ਰੱਖ ਦਿੰਦਾ, ਉਹਨੂੰ ਗਿਆਨ ਦੇ ਦਿੰਦਾ ਹੈ। ਆਪਾਂ ਭਗਤ ਰਵਿਦਾਸ ਜੀ ਦਾ ਸ਼ਬਦ ਲੈ ਲੈਂਦੇ ਹਾਂ, ਗਰੀਬ ਨਵਾਜ ਗੁਸਈਆਂ ਮੇਰਾ, ਮਾਥੇ ਸਤਰ ਤਰੇ। ਐਸੀ ਲਾਲ ਤੁਝ ਬਿਨ ਕੌਣ ਕਰੇ। ਐਸੀ ਕੌਣ ਕਰ ਸਕਦਾ ਭਾਈ? ਉਹ ਕੁਦਰਤ ਤੋਂ ਬਿਨਾਂ ਕੌਣ ਹੱਥ ਰੱਖ ਸਕਦਾ ਵਾ? ਤਿੰਨ ਲੋਕਾਂ ਦਾ ਗਿਆਨ ਦੇ ਦਿੰਦਾ। ਆਤਮਾ ਮੁਕਤ ਹੋ ਕੇ ਪ੍ਰਾਤਮਾ ਦਰਸ਼ਨ ਕਰਕੇ ਨਾਮ ਦੀ ਭਗਤੀ ਕੇ ਹੁਕਮ 'ਚ ਸਮਾ ਜਾਂਦੀ ਹੈ। ਐਡੀ ਵੱਡੀ ਕਿਰਪਾ ਹੋ ਜਾਂਦੀ ਆ। ਸਭ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਪਾਰਾ, ਜਿਹੜਾ ਕਿਸੇ ਵਿਧੀ ਨਾਲ ਪ੍ਰਾਪਤ ਨਹੀਂ ਸੀ ਆਉਂਦਾ, ਸਮਝ ਨਹੀਂ ਸੀ ਆਉਂਦੀ, ਉਹ ਕਿਰਪਾ ਹੋ ਜਾਂਦੀ ਹੈ ਉਹਨਾਂ ਗੁਰਸਿੱਖਾਂ 'ਤੇ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ। ਉਹੀ ਸਤਿਗੁਰੂ ਸਮਝਾਉਂਦੇ ਨੇ, ਭਗਤ ਸੋਈ ਕਲਮਹਿ ਪ੍ਰਵਾਨ, ਜਾ ਕੋ ਠਾਕਰ ਦੀਆ ਮਾਨ। ਆਪਣੇ ਜਨ ਕੋ ਦੇ ਵਡਿਆਈ, ਆਪਣੇ ਜਨ ਕੋ ਨਾਮ ਜਪਾਈ। ਸੁਖਮਨੀ ਸਤਿਗੁਰਾਂ ਦੇ ਵਚਨ ਲੈ ਲਓ ਭਾਈ। ਸਾਧ ਸੰਗ ਮਿਲ ਪਏ ਪ੍ਰਗਾਸ, ਸਹਿਜ ਸੁਖ ਆਸ ਨਿਵਾਸ। ਇਹੀ ਸਾਧ ਸੰਗਤ ਹੈ ਭਾਈ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਅੰਤਰਾਤਮਾ ਨੂੰ ਸਾਧ ਕਿਹਾ ਹੈ, ਮਨ ਨੂੰ ਸਾਧਣਾ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਜਦੋਂ ਅਸੀਂ ਮਨ ਨੂੰ ਸਾਧ ਲੈਂਦੇ ਹਾਂ, ਪ੍ਰਾਤਮਾ ਦਾ ਦਰਸ਼ਨ ਹੁੰਦਾ, ਉਸੇ ਅਵਸਥਾ 'ਚ ਉਹਨੂੰ ਸਾਧ ਸੰਗਤ ਕਿਹਾ ਗਿਆ। ਸਹਿਜ ਸੁਖ ਆਸ ਨਿਵਾਸ। ਸਹਿਜ ਦੁਨੀਆ ਹੋ, ਸਹਿਜ ਕੀ ਅਕਤ ਕਥਾ ਨਰਾਰੀ ਹੈ। ਕਥ ਕਥਾ ਹੈ ਭਾਈ, ਇਹ ਸੱਚ ਦੇ ਗਿਆਨ ਤੋਂ ਬਿਨਾਂ ਸਮਝ ਨਹੀਂ ਆਉਣੀ। ਉੱਥੇ ਹੀ ਆਸਾਂ ਦਾ ਨਿਵਾਸ, ਇਹੀ ਇੱਕ ਆਸ ਰਹਿੰਦੀ। ਆਸਾ ਕਰੀਏ ਰਾਮ ਕੀ ਅਬਰੇ ਆਸ ਨਿਰਾਸ। ਆਸਾਂ ਤੋਂ ਛੁਟਕਾਰਾ ਹੋ ਜਾਂਦਾ, ਇੱਛਾ ਦਾ ਤਿਆਗ ਹੋ ਜਾਂਦਾ। ਉਹੀ ਗੁਰਸਿੱਖ ਪੌੜੀ ਚੜ੍ਹ ਕੇ ਫਿਰ ਜਸ ਕਰਦੇ ਨੇ, ਉਹੀ ਗੁਰਸਿੱਖ ਨੇ ਭਾਈ। ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ। ਪੂਰੇ ਗੁਰ ਤੋਂ ਭਾਵ ਹੈ ਪੂਰਾ ਗਿਆਨ। ਜਦੋਂ ਹੋ ਜਾਂਦਾ, ਮਨ ਟਿਕ ਜਾਂਦਾ ਹੈ, ਥਿਰ ਹੋ ਜਾਂਦਾ ਹੈ ਮਨ। ਅਸਤਰ ਭਗਤ ਸਾਧ ਕੀ ਸਰਨ। ਮਨ ਜਿਹੜਾ ਹੈਗਾ ਵਾ ਆਪਦੇ ਘਰ ਪਹੁੰਚ ਜਾਂਦਾ ਹੈ। ਅਸਥਿਰ ਉਹੀ ਇੱਕੇ ਜਗ੍ਹਾ ਵਾ, ਇੱਥੇ ਨੂੰ ਕਾਲ ਤੋਂ ਛੁਟਕਾਰਾ ਹੁੰਦਾ ਵਾ। ਆਪਾਂ ਵੀ ਉਹੀ ਪ੍ਰਾਪਤੀ ਕਰਨੀ ਆ, ਪਰ ਆਪਾਂ ਨੂੰ ਤਾਈਓ ਪ੍ਰਾਪਤੀ ਹੋਊਗੀ ਜੇ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਸੱਚ ਦਾ ਗਿਆਨ ਆਪਾਂ ਲਵਾਂਗੇ, ਸੱਚ ਦੇ ਗਿਆਨ ਨਾਲ ਹੀ ਮਨ ਨੇ ਟਿਕਣਾ ਵਾ। ਉਹੀ ਸਤਿਗੁਰੂ ਸਮਝਾਉਂਦੇ ਨੇ। ਫਿਰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਗੁਰਸਿੱਖਾਂ ਨੂੰ। ਸੁੱਖ ਦੁੱਖ ਜੇ ਪਰਸੇ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਣ ਰੇ ਮਨਾ, ਸੋ ਮੂਰਤ ਭਗਵਾਨ। ਉਹਦੇ ਰੂਪ ਹੋ ਜਾਂਦੇ ਨੇ। ਰੂਪ ਤੋਂ ਭਾਵ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਆਤਮਾ ਦਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ, ਉਹਦੀ ਗਤੀ ਹੋ ਜਾਂਦੀ। ਇਹੀ ਗਤੀ ਹੈ। ਆਤਮਾ ਭਟਕਦੀ ਫਿਰਦੀ ਹੈ ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ, ਸਾਨੂੰ ਪ੍ਰਾਤਮਾ ਦਾ ਦਰਸ਼ਨ ਨਹੀਂ ਹੁੰਦਾ। ਸਾਡਾ ਸੰਸਾਰ ਤੋਂ ਖਹਿੜਾ ਨਹੀਂ ਛੁੱਟਦਾ। ਜੰਮਣ ਮਰਨ ਉਭੋ ਸਰਕਾਲ, ਐਵੇਂ ਜੀਵ ਜੰਮਦਾ ਮਰਦਾ ਰਹਿੰਦਾ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਏ। ਗੁਰੂ ਭਗਤਾਂ ਦੇ ਦਰਸਾਅ 'ਤੇ ਅਸੀਂ ਰਸ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।